ਸਾਡੇ ਲੋਕਾਂ ਦੀ ਸੋਚ ਥੋੜੀ ਉੱਥੇ ਤੱਕ ਹੀ ਆ ਵੀ ਜੇ ਸੱਟ ਚੋਟ ਲੱਗ ਗਈ ਤਾਂ ਇਹਨੂੰ ਕੌਣ ਪਸੰਦ ਕਰੂਗਾ, ਕੌਣ ਵਿਆਹੂਗਾ। ਤੇ ਇਹੋ ਜਿਹੀਆਂ ਕਈ ਗੱਲਾਂ ਰਿਸ਼ਤੇਦਾਰਾਂ ਨੇ ਵੀ ਕਹਿਣਾ ਕਿ ਵੀ ਤੁਸੀਂ ਆਪਣੀ ਕੁੜੀ ਨੂੰ ਬਹੁਤ ਗਲਤ ਫੀਲਡ ਵਿੱਚ ਪਾਇਆ ਆ, ਤੇ ਗਲੀ ਮੁਹੱਲੇ ਦੇ ਵੀ ਕਹਿਣਾ ਕਿ ਇਹਦੀ ਅਕਲ ਗਿੱਟਿਆਂ ਵਿੱਚ ਆ, ਤੇ ਜਾਨੀ ਇਹਦੇ ਵਿੱਚ ਕੋਈ ਕੁੜੀ ਵਾਲਾ ਕੋਈ ਗੁਣ ਹੀ ਨਹੀਂ ਹੈਗਾ। ਕਈ ਕੁੜੀਆਂ ਐਸੀਆਂ ਹੁੰਦੀਆਂ ਜਦੋਂ ਕਿਤੇ ਮੇਲਿਆਂ ਦੇ ਵਿੱਚ ਪੰਘੂੜਾ ਝੁੱਟਣ ਜਾਣ ਨਾ ਉੱਪਰ ਜਦੋਂ ਪੰਘੂੜਾ ਜਾਂਦਾ ਫਿਰ ਉਹ ਤੋਂ ਡਰਦੀਆਂ। ਕਿਤੇ ਇਸੇ ਕਰਕੇ ਕੁੜੀਆਂ ਨੂੰ ਕਿਹਾ ਜਾਂਦਾ ਵੀ ਇਹ ਕੋਮਲ ਹੁੰਦੀਆਂ, ਨਾਜ਼ੁਕ ਹੁੰਦੀਆਂ, ਤੇ ਤੁਹਾਨੂੰ ਉਹ ਪਹਾੜ ਚਾਹੀਦੇ ਆ ਕਿ ਜਿਹੜੇ ਦੁਨੀਆ ਨੂੰ ਡਰਾਉਂਦੇ ਆ। ਹਾਂ ਬਿਲਕੁਲ। ਫਿਰ ਬਾਅਦ ਜਦੋਂ ਕੰਪੀਟੀਸ਼ਨ ਜਿੱਤਨੇ ਤੇ ਫਿਰ ਇਹ ਕਿਹਾ ਜਾਣਾ ਕਿ ਵੀ ਇਹੀ ਕਿਉਂ ਜਿੱਤਦੀ ਆ, ਹੋਰ ਕਿਸੇ ਨੂੰ ਕਿਉਂ ਨਹੀਂ ਮਿਲਦਾ। ਮਤਲਬ ਉਹ ਇੱਕ ਚਰਿੱਤਰ ਤੇ ਗੱਲ ਆ ਜਾਂਦੀ ਸੀ। ਉੱਥੇ ਮੈਨੂੰ ਕਿਸੇ ਨੇ ਨਾ ਰਾਹ ਜਾਂਦੇ ਨੇ ਕਿਹਾ ਸੀ ਕਿ ਵੀ ਪਿਘਲਦੀ ਮੋਮਬੱਤੀ ਆ, ਪਹਾੜ ਨਹੀਂ ਪਿਘਲਿਆ ਕਰਦੇ। ਪਹਿਲੀ ਉਹ ਯਾਦ ਹੈ ਕਿ ਜਦੋਂ ਤੁਸੀਂ ਪਹਿਲੀ ਚੋਟੀ ਕਿਹੜੀ ਸਰ ਕੀਤੀ ਸੀ, ਕਿੱਦਾਂ ਘਰਦਿਆਂ ਨੂੰ ਮਨਾਇਆ ਸੀ? ਉਹਨਾਂ ਦਾ ਸਿੱਧਾ ਹੀ ਕੋਰਾ ਨਾਂ ਸੀ ਕਿ ਵੀ ਜੇ ਇਹ ਵਾਲਾ ਕੰਮ ਕਰਨਾ ਆ ਤੇ ਘਰੋਂ ਬਾਹਰ ਹੋ ਜਾ। ਜਿੱਦਾਂ ਕਹਿ ਦਿਓ ਕਿ ਮੈਨੂੰ ਹਿਮਾਲਿਆ ਦੇ ਨਾਲ ਇੱਕ ਮੁਹੱਬਤ ਹੀ ਹੋ ਗਈ ਸੀ, ਇੱਕ ਇੰਨੀ ਕੁ ਮੁਹੱਬਤ ਵੀ ਜਿਹਨੂੰ ਮੈਂ ਸਿਰਫ ਤਸਵੀਰਾਂ 'ਚ ਦੇਖਿਆ, ਅਸਲੀਅਤ 'ਚ ਨਹੀਂ ਦੇਖਿਆ। ਮੈਂ ਉਹਦੇ ਲਈ ਆਪਣਾ ਘਰ ਛੱਡਣ ਲਈ ਤਿਆਰ ਹੋ ਗਈ ਸੀ। ਤੇ ਸਭ ਤੋਂ ਪਹਿਲਾਂ ਟਾਈਗਰ ਹਿੱਲ 8000 ਫੁੱਟ ਨੂੰ ਮਹਿਜ 3 ਘੰਟਿਆਂ 'ਚ ਸਬਮਿਟ ਕੀਤਾ ਸੀ। ਸਿਰਫ 3 ਘੰਟਿਆਂ ਵਿੱਚ? ਮਹਿਜ 3 ਘੰਟਿਆਂ 'ਚ। ਤੇ ਉਸ ਤੋਂ ਬਾਅਦ 12000 ਫੁੱਟ ਨੂੰ ਕੀਤਾ ਸੀ ਮਹਿਜ 2 ਘੰਟਿਆਂ ਦੇ ਵਿੱਚ। ਹੁਣ ਤੁਸੀਂ ਦੇਖਦੇ ਹੋਣੇ ਕਿ ਐਵਰੈਸਟ ਤੇ ਕਿੰਨੀਆਂ ਮੌਤਾਂ ਹੁੰਦੀਆਂ, ਲੋਕ ਉਹਦੇ ਰਸਤਿਆਂ ਦੇ ਵਿੱਚ ਉਹਨਾਂ ਡੈੱਡ ਬੋਡੀਆਂ ਆ। ਉਹ ਕਾਰਨ ਕੀ ਆ ਕਿ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਪਹਾੜ ਨਾਲ, ਉਸ ਫੀਲਡ ਦੇ ਨਾਲ, ਉਹ ਉਸ ਨੂੰ ਜੱਫੇ ਪਾਉਣ ਚਲ ਜਾਂਦੇ ਆ ਗਿਆਨ ਦੀ ਕਮੀ ਕਾਰਨ। ਕਿਉਂਕਿ ਹੁਣ ਇਹਦੀਆਂ ਟ੍ਰੇਨਿੰਗਾਂ ਹੁੰਦੀਆਂ ਪ੍ਰੋਪਰ। ਕਈ ਲੋਕੀ ਤਾਂ ਟ੍ਰੇਨਿੰਗ ਦੇ ਵਿੱਚ ਹੀ ਆਪਣਾ ਦਮ ਤੋੜ ਦਿੰਦੇ ਆ। ਹੁਣ ਸਿਰਫ ਪੈਸੇ ਦੇ ਦਮ ਤੇ ਤੁਸੀਂ ਕੋਚ ਹਾਇਰ ਕਰਕੇ ਲੈ ਕੇ ਜਾਂਦੇ ਹੋ, ਤੁਹਾਨੂੰ ਕਿੰਨਾ ਕੁ ਕਰ ਸਕਦਾ ਹੈ ਨਾ। ਜਿਹੜੇ ਆਪਣੇ ਘਰੋਂ ਮੰਜ਼ਿਲਾਂ ਦਾ ਨਕਸ਼ਾ ਬਣਾ ਕੇ ਤੁਰਦੇ ਨੇ, ਮੰਜ਼ਿਲਾਂ ਉਹਨਾਂ ਨੂੰ ਆਪ ਆਣ ਕੇ ਮਿਲਦੀਆਂ ਨੇ। ਹਿੰਮਤਾਂ ਦੇ ਨਾਲ ਅੱਗੇ ਵਧਣ ਵਾਲਿਆਂ ਦੇ ਰਾਹ ਦੇ ਵਿੱਚ ਕਦੇ ਵੀ ਔਂਕੜਾਂ ਨਹੀਂ ਆਉਂਦੀਆਂ। ਉਹ ਹਮੇਸ਼ਾ ਜੇਤੂ ਬਣਦੇ ਨੇ, ਜ਼ਿੰਦਗੀ ਦੇ ਸਿਕੰਦਰ ਬਣ ਕੇ ਅੱਗੇ ਨਿਕਲਦੇ ਨੇ। ਤੇ ਜਿਹੜੇ ਲੋਕ ਖਾਮਖਾ ਦੇ ਰੋਣੇ ਰੋਂਦੇ ਰਹਿੰਦੇ ਨੇ ਨਾ, ਉਹ ਫਿਰ ਰਾਹਾਂ ਦੇ ਵਿੱਚ ਭਟਕ ਜਾਂਦੇ ਨੇ। ਕਹਿੰਦੇ ਨੇ ਕਿ ਕੁਛ ਆਹੋਂ में कट गई, कुछ गुनाहों में कट गई, एक राह पर चलने वाले पा गए मंजिलें, राह बदलने वालों की ਰਾਹੋਂ में कट गई। ਇੱਕ ਰਾਹ ਤੇ ਜਿਹੜਾ ਚੱਲਦਾ ਹੈ ਉਹ ਮੰਜ਼ਿਲਾਂ ਨੂੰ ਪਾ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਕਿ ਜਿਹੜੀ ਸ਼ਖਸੀਅਤ ਆਪਣੇ ਇਰਾਦਿਆਂ ਦੀ ਪੱਕੀ ਹੈ। ਜੀ ਹਾਂ, ਹੌਸਲਾ ਜਿਹਦੇ ਖੰਭ ਨੇ, ਔਰ ਜਿਹਨੇ ਆਪਣੀ ਹਿੰਮਤ ਦੇ ਨਾਲ, ਮਿਹਨਤ ਦੇ ਨਾਲ, ਮੁਸ਼ੱਕਤ ਦੇ ਨਾਲ, ਕੁਝ ਕਰ ਗੁਜ਼ਰਨ ਦੇ ਇਰਾਦੇ ਦੇ ਨਾਲ ਵੱਡੀਆਂ ਵੱਡੀਆਂ ਚੋਟੀਆਂ ਸਰ ਕੀਤੀਆਂ ਨੇ। ਮਿਲਣਾ ਚਾਹੋਗੇ? ਆਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਅੱਜ ਲਾਈਵ ਪੰਜਾਬੀ ਟੀਵੀ ਤੇ ਇੱਕ ਐਸੀ ਹੀ ਪੰਜਾਬ ਦੀ ਇਸ ਧੀ ਨੂੰ ਕਿ ਜਿਸ ਨੇ ਬਹੁਤ ਵੱਡੇ ਵੱਡੇ ਮਾਰਕੇ ਮਾਰੇ ਨੇ, ਵੱਡੀਆਂ ਵੱਡੀਆਂ ਚੋਟੀਆਂ ਸਰ ਕੀਤੀਆਂ ਨੇ। ਸਾਡੇ ਨਾਲ ਹੈ ਪ੍ਰਿਆ ਅੰਬੇਦਕਰ ਜੀ। ਪ੍ਰਿਆ, ਸਭ ਤੋਂ ਪਹਿਲਾਂ ਤਾਂ ਸਾਰੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ। ਬਹੁਤ ਬਹੁਤ ਧੰਨਵਾਦ ਸਾਰੇ ਲਾਈਵ ਪੰਜਾਬੀ ਚੈਨਲ ਦਾ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇੱਥੇ ਜੈਵੀਮ ਹੈਲਥ ਕਲੱਬ ਵਿੱਚ ਆਏ ਆ ਜੀ। ਤੇ ਗੱਲ ਕਰਨੀ ਚਾਹਾਂਗੇ, ਜਿਵੇਂ ਤੁਸੀਂ ਬਹੁਤ ਸਾਰੀਆਂ ਚੋਟੀਆਂ ਸਰ ਕੀਤੀਆਂ, ਜਿਵੇਂ ਟਾਈਗਰ ਹਿੱਲ ਆ ਔਰ ਹੋਰ ਬਹੁਤ ਸਾਰੀਆਂ ਹੈਗੀਆਂ ਨਾ ਚੋਟੀਆਂ। ਇਹ ਪਹਾੜ ਚੜ੍ਹਨ ਦਾ, ਠੀਕ ਹੈ ਨਾ, ਇਹ ਜਿਹੜਾ ਦਿਲ ਦੇ ਵਿੱਚ ਇਰਾਦਾ ਔਰ ਇਹ ਚੇਟਕ ਜਿਹੜੀ ਆ, ਇਹ ਕਿੱਥੋਂ ਲੱਗੀ ਆ? ਇਹ ਜਿੱਦਾਂ ਕਿ ਸ਼ੁਰੂ ਦੇ ਵਿੱਚ ਹੀ ਜਦੋਂ ਹੋਸ਼ ਸੰਭਾਲੀ ਸੀ ਤੇ ਇਸ ਹਿਸਾਬ ਨਾਲ ਸੀ ਕਿ ਵੀ ਕੁਝ ਅਲੱਗ ਕਰਨਾ ਆ, ਉਹ ਕੰਮ ਕਰਨਾ ਜਿਹੜਾ ਹਰ ਕੋਈ ਨਹੀਂ ਕਰ ਸਕਦਾ ਜੀ। ਤੇ ਇਸੇ ਕਰਕੇ ਫਿਰ ਸੋਸ਼ਲ ਮੀਡੀਆ ਤੇ ਜਦੋਂ ਮੈਂ ਇਹ ਚੀਜ਼ਾਂ ਦੇਖੀਆਂ ਕਿ ਵਿਦੇਸ਼ੀ ਮਹਿਲਾਵਾਂ ਇੰਨੇ ਔਖੇ ਔਖੇ ਕੰਮ ਕਰਦੀਆਂ, ਸਕਾਈ ਡਾਈਵਿੰਗ ਕਰਦੀਆਂ ਆ, ਸਕੂਬਾ ਡਾਈਵਿੰਗ ਕਰਦੀਆਂ ਆ ਨਾ, ਤੇ ਉਹ ਅਸਲੀਅਤ 'ਚ ਉਹ ਦੁਨੀਆ ਦੇਖਣਾ ਚਾਹੁੰਦੀ ਸੀ। ਜਿੱਦਾਂ ਕਹਿ ਦਿਓ ਕਿ ਮੇਰੇ ਸਰੀਰ ਦੇ ਹਰ ਇੱਕ ਅੰਗ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿੱਦਾਂ ਹੰਢਾ ਕੇ ਉਸ ਉਚਾਈ ਤੇ ਪਹੁੰਚੀ ਹੈ ਨਾ। ਮੈਂ ਉਹ ਗਿਆਨ ਹਾਸਲ ਕਰਨਾ ਚਾਹੁੰਦੀ ਸੀ ਤੇ ਇਸੇ ਕਰਕੇ ਸੋਸ਼ਲ ਮੀਡੀਆ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ। ਤੇ ਫਿਰ ਮੈਂ ਇਹ ਇੱਕ ਧਾਰਨਾ ਹੀ ਬਣਾ ਲਈ ਸੀ ਕਿ ਵੀ ਕੋਈ ਮੈਨੂੰ ਇਸ ਚੀਜ਼ 'ਚ ਸਪੋਰਟ ਕਰੇ ਚਾਹੇ ਨਾ ਕਰੇ, ਵੀ ਹੁਣ ਮੇਰੀ ਮੰਜ਼ਿਲ ਇਹੀ ਆ ਜੀ। ਹਾਂਜੀ, ਮੰਜ਼ਿਲ ਜਿਹੜੀ ਤੁਸੀਂ ਵੱਡੀ ਰੱਖੀ। ਆਮ ਤੌਰ ਤੇ ਕਹਿੰਦੇ ਨਾ ਕਿ ਪਹਾੜ ਦੂਰੋਂ ਹੀ ਸੋਹਣੇ ਲੱਗਦੇ ਆ, ਬਿਲਕੁਲ ਬਿਲਕੁਲ, ਤੇ ਜਦੋਂ ਚੜ੍ਹਨਾ ਪੈਂਦਾ ਫਿਰ ਬੜੇ ਔਖਿਆਈ ਆ। ਬਿਲਕੁਲ ਬਿਲਕੁਲ। ਤੇ ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਦੱਸਿਆ ਕਿ ਮੈਂ ਤਾਂ ਹੁਣ ਬਈ ਚੋਟੀਆਂ ਸਰ ਕਰਨੀਆਂ, ਉਸ ਵੇਲੇ ਘਰਦਿਆਂ ਦਾ ਕੀ ਰਿਐਕਸ਼ਨ ਸੀ? ਸਾਡੇ ਲੋਕਾਂ ਦੀ ਸੋਚ ਥੋੜੀ ਉੱਥੇ ਤੱਕ ਹੀ ਆ ਵੀ ਜੇ ਸੱਟ ਚੋਟ ਲੱਗ ਗਈ
ਤਾਂ ਇਹਨੂੰ ਕੌਣ ਪਸੰਦ ਕਰੂਗਾ, ਕੌਣ ਵਿਆਹੂਗਾ। ਤੇ ਇਹੋ ਜਿਹੀਆਂ ਕਈ ਗੱਲਾਂ ਰਿਸ਼ਤੇਦਾਰਾਂ ਨੇ ਵੀ ਕਹਿਣਾ ਕਿ ਵੀ ਤੁਸੀਂ ਆਪਣੀ ਕੁੜੀ ਨੂੰ ਬਹੁਤ ਗਲਤ ਫੀਲਡ ਵਿੱਚ ਪਾਇਆ ਆ, ਤੇ ਗਲੀ ਮੁਹੱਲੇ ਦੇ ਨੇ ਵੀ ਕਹਿਣਾ ਕਿ ਇਹਦੀ ਅਕਲ ਗਿੱਟਿਆਂ ਵਿੱਚ ਆ, ਤੇ ਜਾਣੀ ਇਹਦੇ ਵਿੱਚ ਕੋਈ ਕੁੜੀ ਵਾਲਾ ਕੋਈ ਗੁਣ ਹੀ ਨਹੀਂ ਹੈਗਾ। ਤੇ ਮਤਲਬ ਬਹੁਤ ਸਾਰੀਆਂ ਗੱਲਾਂ ਉਹ ਸਹੀਆਂ। ਤੇ ਫਿਰ ਬਾਅਦ 'ਚ ਜਦੋਂ ਕੰਪੀਟੀਸ਼ਨ ਜਿੱਤਨੇ ਤੇ ਫਿਰ ਇਹ ਕਿਹਾ ਜਾਣਾ ਕਿ ਵੀ ਇਹੀ ਕਿਉਂ ਜਿੱਤਦੀ ਆ, ਹੋਰ ਕਿਸੇ ਨੂੰ ਕਿਉਂ ਨਹੀਂ ਮਿਲਦਾ। ਮਤਲਬ ਉਹ ਇੱਕ ਚਰਿੱਤਰ ਤੇ ਗੱਲ ਆ ਜਾਂਦੀ ਸੀ। ਪਰ ਇਹ ਪਤਾ ਨਹੀਂ ਕਿੱਦਾਂ ਕੁਦਰਤ ਰੱਖ ਗਈ ਕਿ ਵੀ ਇੰਨਾ ਚਿਰ ਹੋ ਗਿਆ, ਮਤਲਬ ਪੈਰ ਪਿੱਛੇ ਲੈਣ ਦਾ ਕਦੀ ਸਵਾਬ ਹੀ ਨਹੀਂ ਬਣਿਆ। ਤੇ ਜਿਹੜੀ ਪਹਿਲੀ ਉਹ ਯਾਦ ਹੈ ਕਿ ਜਦੋਂ ਤੁਸੀਂ ਪਹਿਲੀ ਚੋਟੀ ਕਿਹੜੀ ਸਰ ਕੀਤੀ ਸੀ, ਕਿੱਦਾਂ ਘਰਦਿਆਂ ਨੂੰ ਮਨਾਇਆ ਸੀ, ਕਿੱਦਾਂ ਉਹ ਟਾਸਕ ਪੂਰਾ ਕੀਤਾ ਸੀ, ਕੀ ਔਂਕੜਾਂ ਆਈਆਂ ਸੀ? ਮੇਰੀ ਫੈਮਿਲੀ ਨਹੀਂ ਮੰਨਦੀ ਸੀ ਪਹਿਲਾਂ ਇਸ ਚੀਜ਼ ਦੀ। ਉਹਨਾਂ ਦਾ ਸਿੱਧਾ ਹੀ ਕੋਰਾ ਨਾ ਸੀ ਕਿ ਵੀ ਜੇ ਇਹ ਵਾਲਾ ਕੰਮ ਕਰਨਾ ਆ ਤੇ ਘਰੋਂ ਬਾਹਰ ਹੋ ਜਾ। ਤੇ ਮੈਂ ਜਿੱਦਾਂ ਕਹਿ ਦੋ ਕਿ ਮੈਨੂੰ ਹਿਮਾਲਿਆ ਦੇ ਨਾਲ ਇੱਕ ਮੁਹੱਬਤ ਹੀ ਹੋ ਗਈ ਸੀ, ਇੱਕ ਇੰਨੀ ਕੁ ਮੁਹੱਬਤ ਵੀ ਜਿਹਨੂੰ ਮੈਂ ਸਿਰਫ ਤਸਵੀਰਾਂ 'ਚ ਦੇਖਿਆ, ਅਸਲੀਅਤ 'ਚ ਨਹੀਂ ਦੇਖਿਆ। ਮੈਂ ਉਹਦੇ ਲਈ ਆਪਣਾ ਘਰ ਛੱਡਣ ਲਈ ਤਿਆਰ ਹੋ ਗਈ ਸੀ। ਤੇ ਇਸੇ ਕਰਕੇ ਫੈਮਿਲੀ ਦਾ ਕੋਈ ਸਪੋਰਟ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ। ਤੇ ਮੇਰੀ ਸੁਸਾਇਟੀ ਦੇ ਲੋਕ ਮੇਰੇ ਤੇ ਬਹੁਤ ਟਰਸਟ ਕਰਦੇ ਸੀ, ਤੇ ਉਹਨਾਂ ਨੇ ਹੀ ਮੈਨੂੰ ਸਪਾਂਸਰ ਕੀਤਾ। ਤੇ ਉਹਨਾਂ ਨੇ ਫਿਰ ਫੈਮਿਲੀ ਨੂੰ ਕਿਹਾ ਕਿ ਵੀ ਇਹ ਬੱਚਾ ਅਸੀਂ ਅਡਾਪਟ ਕਰਦੇ ਆ, ਮਤਲਬ ਵੀ ਇਹ ਹੁਣ ਤੁਹਾਡਾ ਨਹੀਂ, ਇਹ ਸਾਡਾ ਆ, ਵੀ ਅਸੀਂ ਪੈਸੇ ਲਾਵਾਂਗੇ। ਫਿਰ ਜਦੋਂ ਸਮਾਜ ਖੜ ਜਾਂਦਾ ਫਿਰ ਉੱਥੇ ਇਕੱਲੇ ਫਿਰ ਮਾਂ-ਬਾਪ ਦੀ ਵੀ ਚੱਲਦੀ ਨਹੀਂ। ਤੇ ਇਸ ਕਰਕੇ ਫਿਰ ਜਦੋਂ ਉਹ ਮੌਕਾ ਮਿਲਿਆ ਸੀ ਤੇ ਸਭ ਤੋਂ ਪਹਿਲਾਂ ਟਾਈਗਰ ਹਿੱਲ 8000 ਫੁੱਟ ਨੂੰ ਮਹਿਜ 3 ਘੰਟਿਆਂ 'ਚ ਸਬਮਿਟ ਕੀਤਾ ਸੀ। ਸਿਰਫ 3 ਘੰਟਿਆਂ ਵਿੱਚ? ਮਹਿਜ 3 ਘੰਟਿਆਂ 'ਚ। ਤੇ ਉਸ ਤੋਂ ਬਾਅਦ 12000 ਫੁੱਟ ਨੂੰ ਕੀਤਾ ਸੀ ਮਹਿਜ 2 ਘੰਟਿਆਂ ਦੇ ਵਿੱਚ। ਦੇਖੋ ਇਹ ਬਹੁਤ ਵੱਡੀ ਗੱਲ ਹੈ। ਇੱਕ ਕੁੜੀ ਜਿਸ ਨੂੰ ਕਿ ਸਾਡੇ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਇਹ ਕੁੜੀਆਂ ਜਿਹੜੀਆਂ ਇਹ ਨਾਜ਼ੁਕ ਹੁੰਦੀਆਂ, ਇਹ ਅਬਲਾ ਹੁੰਦੀਆਂ, ਇਹ ਘਰ ਦਾ ਕੰਮ ਕਰ ਲੈਣ, ਪਰਿਵਾਰ ਸੰਭਾਲ ਲੈਣ ਔਰ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਜਿਵੇਂ ਆਮ ਉਹਨਾਂ ਦੀਆਂ ਮਾਵਾਂ, ਦਾਦੀਆਂ, ਚਾਚੀਆਂ, ਮਾਸੀਆਂ, ਤਾਈਆਂ ਗੁਜ਼ਰ ਬਸਰ ਕਰਦੀਆਂ ਨੇ, ਬਸ ਉਸੇ ਘੁੰਮਣ ਘੇਰੀ ਦੇ ਵਿੱਚ ਰਹਿਣ। ਔਰ ਤੁਸੀਂ ਉਸ ਘੁੰਮਣ ਘੇਰੀ ਨੂੰ ਤੋੜ ਕੇ ਘਰ ਦੀ ਸਰਦਲ ਤੋਂ ਬਾਹਰ ਪੈਰ ਰੱਖਿਆ, ਤੇ ਪੈਰ ਵੀ ਉਹਨਾਂ ਚੋਟੀਆਂ ਦੇ ਉੱਪਰ ਰੱਖਿਆ ਕਿ ਜਿਹੜੀਆਂ ਚੋਟੀਆਂ ਤੇ ਜਾਣ ਤੋਂ ਲੋਕ ਡਰਦੇ ਆ। ਕਿਉਂਕਿ ਜਦੋਂ ਕਾਰਗਿਲ ਦੀ ਜੰਗ ਲੱਗੀ ਸੀ ਤੇ ਸਾਡੇ ਜਵਾਨਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਉਸ ਚੋਟੀ ਨੂੰ ਸਰ ਕੀਤਾ ਸੀ, ਜਿਹਨੂੰ ਤੁਸੀਂ ਮਹਿਜ਼ 3 ਘੰਟਿਆਂ ਦੇ ਵਿੱਚ ਸਰ ਕੀਤਾ ਜੀ। ਉਸ ਪਹਾੜ ਨੂੰ ਮੈਂ 2 ਵਾਰੀ ਸਬਮਿਟ ਕੀਤਾ ਤੇ ਉੱਤੇ ਦੋਨੀ ਵਾਰੀ ਮੈਂ ਡਾਕਟਰ ਅੰਬੇਦਕਰ ਸਾਹਿਬ ਦਾ ਝੰਡਾ ਲਾਇਆ ਸੀ। ਤੇ ਆਪਣੇ ਭਾਰਤ ਦੇਸ਼ ਦਾ ਝੰਡਾ ਮੈਂ ਸਾਊਥ ਇੰਡੀਅਨਸ ਮਾਊਂਟੇਨੀਅਰਸ ਦੇ ਨਾਲ ਮੈਂ ਉੱਥੇ ਲਗਾਇਆ ਸੀ। ਤੇ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਸੀ ਕਿ ਮੈਂ ਕਿੱਥੋਂ ਉੱਠ ਕੇ ਕਿੱਥੇ ਆ ਕੇ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ। ਸੋ ਉਹ ਇੱਕ ਆਸਾਨ ਚੀਜ਼ ਨਹੀਂ ਸੀ। ਪਹਾੜ ਤੇ ਚੜ੍ਹਨ ਦੇ ਲਈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਹੁਤ ਮਜ਼ਬੂਤ ਹੋਣਾ ਪੈਂਦਾ ਹੈ। ਜਿੱਦਾਂ ਕਹਿ ਦੋ ਕਿ ਇੱਕਦਮ ਪੱਥਰ ਦਾ ਦਿਲ ਹੋਣਾ ਚਾਹੀਦਾ ਆ, ਕਿਉਂਕਿ ਇੰਨੇ ਸਾਰੀਆਂ ਐਵਲਾਂਚ ਆਉਂਦੇ ਆ, ਭੁਚਾਲ ਵੀ ਆਉਂਦੇ ਉੱਥੇ, ਤੇ ਉਹ ਉਸ ਹਿਸਾਬ ਨਾਲ ਬੰਦਾ ਹੋਣਾ ਚਾਹੀਦਾ ਆ। ਤੁਹਾਨੂੰ ਕੀ ਤਕਲੀਫਾਂ ਆਈਆਂ ਸੀ ਜਦੋਂ ਉਸ ਚੋਟੀ ਤੇ ਤੁਸੀਂ ਗਏ, ਸਰ ਕਰਨਾ ਚਾਹਿਆ? ਕਿਹੜੀਆਂ ਖਾਸ ਤਕਲੀਫਾਂ ਆਈਆਂ? ਪੈਸੇ ਦੀ ਬਹੁਤ ਦਿੱਕਤ ਹੋਈ। ਚੰਗੇ ਚੀਜ਼ਾਂ ਨਹੀਂ ਸੀ ਜਿਹੜੀਆਂ ਇੱਕ ਪ੍ਰੋਫੈਸ਼ਨਲ ਨੂੰ ਚਾਹੀਦੀਆਂ ਆ, ਉਹ ਚੀਜ਼ਾਂ ਨਹੀਂ ਸੀ। ਪਰ ਕਿਤੇ ਨਾ ਕਿਤੇ ਜਦੋਂ ਤੁਹਾਡੇ ਵਿੱਚ ਇਹ ਚੀਜ਼ ਹੁੰਦੀ ਹੈ ਨਾ ਕਿ ਹਾਂ ਲਗਨ ਹੈ, ਉਹ ਲਗਨ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਦਿੰਦੀ ਆ। ਫਿਰ ਤੁਹਾਡੇ ਕੋਲ ਚਾਹੇ ਪ੍ਰੋਪਰ ਡਾਈਟ ਹੈਗੀ ਆ ਜਾਂ ਚਾਹੇ ਕੋਈ ਸਿਖਾਉਣ ਵਾਲਾ ਹੈਗਾ ਨਹੀਂ, ਉਹ ਮੈਨੇ ਨਹੀਂ ਰਖਾਉਂਦਾ। ਮੈਂ ਆਪਣੇ ਇਸ ਸਫ਼ਰ 'ਚ ਇਹ ਕੁਛ ਹੀ ਸਿੱਖਿਆ। ਤੁਹਾਡਾ ਕੋਚ ਹੈ ਕੋਈ? ਮੇਰਾ ਫਿਲਹਾਲ ਇੱਥੇ ਕੋਈ ਕੋਚ ਨਹੀਂ ਹੈਗਾ, ਪਰ ਮੈਂ ਜਦੋਂ ਵੈਸਟ ਬੰਗਾਲ ਉੱਥੇ ਹਿਮਾਲਿਆ ਮਾਊਂਟੇਨ ਇੰਸਟੀਚਿਊਟ ਦੇ ਵਿੱਚ ਜਾਂਦੀ, ਉੱਥੇ ਫਿਰ ਕਈ ਕੋਚ ਮਿਲ ਜਾਂਦੇ ਆ ਜੀ। ਔਰ ਤੁਹਾਨੂੰ ਲੱਗਦਾ ਕਿ ਜੇਕਰ ਤੁਹਾਨੂੰ ਕੋਚ ਮਿਲੇ ਤਾਂ ਤੁਸੀਂ ਹੋਰ ਵੀ ਵੱਡੀਆਂ ਚੋਟੀਆਂ ਸਰ ਕਰ ਸਕਦੇ? ਬਿਲਕੁਲ ਮੈਂ ਕਹਿੰਦੀ ਹਾਂ ਕਿ ਅਗਰ ਕੋਈ ਮੈਨੂੰ ਦੇਖ ਰਿਹਾ ਸੋਸ਼ਲ ਮੀਡੀਆ ਤੇ, ਅਗਰ ਕੋਈ ਮੈਨੂੰ ਪ੍ਰੋਫੈਸ਼ਨਲ ਕੋਚ ਮਿਲਦਾ ਆ, ਮੈਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਮੈਂ 1 ਮਹੀਨੇ ਦੇ ਵਿੱਚ 2-3 ਬੈਕ ਟੂ ਬੈਕ ਪਹਾੜ ਕਰੂੰਗੀ। ਅੱਛਾ, ਇਹੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਕਮੀ ਨਹੀਂ ਹੈਗੀ ਕੋਈ ਵੀ, ਪਰ ਗੱਲ ਇਹ ਆ ਕਿ ਵੀ ਇੰਨੀਆਂ ਸਾਰੀਆਂ ਮੇਰੀਆਂ ਵੀਡੀਓਜ਼ ਵਾਇਰਲ ਹੋਈਆਂ। ਕਦੀ ਤਾਂ ਫਿਰ ਮੇਰਾ ਮੀਡੀਆ ਮੋਰੇ ਦਿਲ ਹੀ ਨਹੀਂ ਕਰਦਾ ਸੀ ਉਹਨੂੰ, ਕਿਉਂਕਿ ਉਹ ਲੋਕ ਵੀ ਦੇਖਦੇ ਆ। ਜਿੱਦਾਂ ਕਹਿੰਦੇ ਨੇ ਕਿ ਇੱਕ ਸ਼ਾਗਿਰਦ ਨੂੰ ਹੁੰਦੀ ਭਾਲ ਵੀ ਮੈਨੂੰ ਕੋਈ ਗੁਰੂ ਮਿਲੇ, ਉਸੇ ਤਰ੍ਹਾਂ ਇੱਕ ਗੁਰੂ ਨੂੰ ਵੀ ਹੁੰਦਾ ਆ ਵੀ ਮਤਲਬ ਵੀ ਉਹ ਇੱਕ ਹੀਰਾ ਆ, ਮੈਂ ਉਹਨੂੰ ਚੁਣਾ। ਮੈਂ ਹੀਰਾ ਆਪਣੇ ਆਪ ਨੂੰ ਇਸ ਲਈ ਕਹਿ ਰਹੀ ਕਿਉਂਕਿ ਮੇਰੇ ਜਿਹੜੇ ਉਸਤਾਦ NCC ਦੇ ਵਿੱਚ ਸੀ, ਉਹ ਮੈਨੂੰ ਕਿਹਾ ਕਰਦੇ ਸੀ ਕਿ ਤੂੰ ਬਹੁਤ ਅੱਗੇ ਜਾਣਾ। ਮੈਨੂੰ ਉਸ ਟਾਈਮ ਉਹਨਾਂ ਦੀਆਂ ਗੱਲਾਂ ਦਾ ਇੰਨਾ ਨਹੀਂ ਪਤਾ ਸੀ। ਤੇ ਫਿਰ ਉਹਨਾਂ ਨੇ ਮੈਨੂੰ ਇਹੀ ਕਹਿਣਾ ਕਿ ਵੀ ਹੀਰਾ ਕਦੀ ਬੋਲ ਕੇ ਨਹੀਂ ਦੱਸਦਾ ਹੀਰਾ ਆ, ਉਹਦੀ ਚਮਕ ਲੋਕਾਂ ਨੂੰ ਲੈ ਆਉਂਦੀ ਆਪਣੇ ਤੱਕ। ਕਦੇ ਜ਼ਿੰਦਗੀ ਦੇ ਵਿੱਚ
ਆਪਣੇ ਆਪ ਨੂੰ ਹਤਾਸ਼ ਨਿਰਾਸ਼ ਮਹਿਸੂਸ ਕੀਤਾ? ਬਿਲਕੁਲ, ਬਹੁਤ ਵਾਰੀ ਕੀਤਾ। ਜਦੋਂ ਜਿੱਦਾਂ ਕਹਿ ਦੋ ਕਿ ਪ੍ਰਸ਼ਾਸਨ ਦੇ ਬੰਦਿਆਂ ਨੂੰ ਮਿਲਣਾ ਜਾਂ ਕਈ MLA ਨੂੰ ਮਿਲਣਾ, ਉਹ ਖੁਦ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਓ, ਅਸੀਂ ਤੁਹਾਨੂੰ ਸੁਣਦੇ ਹਾਂ ਤੇ ਤੁਹਾਡੀ ਮਦਦ ਕਰਾਂਗੇ। ਤੇ ਜਦੋਂ ਫਿਰ ਉਹਨਾਂ ਨੇ ਮੂੰਹ ਤੇ ਦਰਵਾਜ਼ੇ ਮਾਰ ਦੇਣੇ ਤੇ ਉਹ ਇੱਕ ਚੀਜ਼ ਹਤਾਸ਼ ਕਰਨ ਵਾਲੀ ਸੀ ਵੀ ਉੱਥੇ ਖੜੇ ਖੜੇ ਹੰਝੂ ਡਿੱਗਣੇ। ਤੇ ਫਿਰ ਉੱਥੇ ਮੈਨੂੰ ਕਿਸੇ ਨੇ ਨਾ ਰਾਹ ਜਾਂਦੇ ਨੇ ਕਿਹਾ ਸੀ ਕਿ ਵੀ ਪਿਘਲਦੀ ਮੋਮਬੱਤੀ ਆ, ਪਹਾੜ ਨਹੀਂ ਪਿਘਲਿਆ ਕਰਦੇ। ਤੇ ਉਸ ਦਿਨ ਤੋਂ ਹੀ ਬਸ ਇਹ ਚੀਜ਼ ਅਪਣਾਈ ਸੀ ਵੀ ਜਿੱਦਾਂ ਕਹਿੰਦੇ ਨਾ ਕਿ ਤਥਾਗਤ ਬੁੱਧ ਨੇ ਕਿਹਾ ਸੀ ਕਿ ਆਪਣਾ ਦੀਪਕ ਆਪ ਬਣੋ ਜੀ। ਮੈਨੂੰ ਬੇਸ਼ੱਕ ਕੋਈ ਸਿਖਾਉਣ ਵਾਲਾ ਅਗਰ ਨਹੀਂ ਆ ਤੇ ਕਮ ਸੇ ਕਮ ਸੋਸ਼ਲ ਮੀਡੀਆ ਹੈ, ਮੈਂ ਉਹ ਤੋਂ ਦੇਖ ਕੇ ਸਿੱਖ ਸਕਦੀ ਹਾਂ। ਤੇ ਇਸੇ ਕਰਕੇ ਉਹ ਮੇਰਾ ਕਹਿ ਦੋ ਇੱਕ ਸਹਾਈ ਬਣਿਆ ਆ ਜੀ। ਤੇ ਕੋਈ ਗੱਲ ਨਹੀਂ, ਅਗਰ ਸਰਕਾਰ ਨਹੀਂ ਵੀ ਸਾਥ ਦਿੰਦੀ ਤਾਂ ਵੀ ਮੇਰਾ ਟੀਚਾ ਇਹੀ ਰਹੇਗਾ, ਚਾਹੇ ਮੈਨੂੰ ਹੋਰ ਕਿੰਨੇ ਸਾਲ ਲੱਗ ਜਾਣ, ਪਰ ਵਿਸ਼ਵ ਦੇ 7 ਮਹਾਦੀਪ ਜਿਹੜੇ ਆ ਉਹ ਫਤਿਹ ਜ਼ਰੂਰ ਹੋਣਗੇ। ਵਿਸ਼ਵ ਦੇ 7 ਮਹਾਦੀਪ ਜਿਹੜੇ ਆ ਉਹਨਾਂ ਨੂੰ ਸਰ ਕਰਨ ਦਾ ਇੱਕ ਵੱਡਾ ਟੀਚਾ ਜਿਹੜਾ ਪ੍ਰਿਆ ਜੀ ਆਪਣੇ ਦਿਲ ਦੇ ਵਿੱਚ ਸੰਜੋਈ ਬੈਠੇ ਨੇ। ਪ੍ਰਿਆ, ਅੱਛਾ ਜੇਕਰ ਮੰਨ ਲਓ ਚੰਗਾ ਜਿੰਨਾ ਕੁ ਆਪਾਂ ਇਹ ਜਿਹੜਾ ਟੀਚਾ ਮਿੱਥਿਆ ਹੋਇਆ ਉਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਪੈਸਾ ਮਿਲ ਜਾਵੇ, ਕੋਚ ਮਿਲ ਜਾਵੇ, ਬਕਾਇਦਾ ਟ੍ਰੇਨਿੰਗ ਮਿਲ ਜਾਵੇ, ਜੋ ਇਨਸਟਰੂਮੈਂਟ ਸਾਨੂੰ ਚਾਹੀਦੇ ਹੈਗੇ ਆ ਉਹ ਸਾਰਾ ਕੁਝ ਇਨਫਰਾਸਟ੍ਰਕਚਰ ਤੁਹਾਨੂੰ ਸਾਰਾ ਕੁਝ ਮਿਲ ਜਾਵੇ, ਤਾਂ ਕਿੰਨਾ ਕੁ ਸਮਾਂ ਲੱਗੂਗਾ? ਇਹ ਫਿਰ ਕੁਦਰਤ ਤੇ ਡਿਪੈਂਡ ਹੋ ਜਾਂਦਾ, ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਹੀ ਚੜ੍ਹਾਈ ਕੀਤੀ ਜਾਂਦੀ ਹੈ। ਅਗਰ ਤਾਂ ਮੌਸਮ ਸਹੀ ਆ ਤਾਂ ਫਿਰ ਤੁਸੀਂ ਰਾਤੋਂ ਰਾਤ ਕਰ ਸਕਦੇ ਆ, ਪਰ ਜੇ ਮੌਸਮ ਨਹੀਂ ਸਹੀ ਫਿਰ ਤੁਸੀਂ ਇੰਤਜ਼ਾਰ ਕਰ ਸਕਦੇ ਹੋ ਉੱਥੇ ਬੈਠ ਕੇ ਕਿ ਕਦੋਂ, ਕਿਉਂਕਿ ਇਹ ਕੁਦਰਤੀ ਖੇਡ ਹੋ ਜਾਂਦੀ ਆ। ਇਹਦੇ ਵਿੱਚ ਜਿੱਦਾਂ ਹੁਣ 올림픽 ਦੀਆਂ ਖੇਡਾਂ ਅਸੀਂ ਟਿਕਟਾਂ ਲੈ ਕੇ ਦੇਖ ਸਕਦੇ ਆ, ਪਰ ਇਹਦੇ ਵਿੱਚ ਨਾ ਕੋਈ ਦਰਸ਼ਕ ਆ ਤੇ ਨਾ ਕੋਈ ਜੱਜ ਆ, ਕੁਦਰਤ ਹੀ ਸਾਹਮਣੇ ਹੁੰਦੀ ਆ, ਬਸ ਉਹੀ ਦਰਸ਼ਕ ਤੇ ਉਹੀ ਜੱਜ ਆ। ਉੱਥੇ ਕੋਈ ਦੇਖਣ ਵਾਲਾ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ। ਸੋ ਇਸ ਲਈ ਬੰਦੇ ਦੀ ਆਪਣੀ ਵਿਲ ਪਾਵਰ ਹੁੰਦੀ ਆ। ਹੁਣ ਕਈ ਲੋਕੀ ਪੈਸੇ ਦੇ ਦਮ ਤੇ ਚੱਲ ਤਾਂ ਜਾਂਦੇ ਆ ਕਿ ਵੀ ਹੁਣ ਤੁਸੀਂ ਦੇਖਦੇ ਹੋਣੇ ਕਿ ਐਵਰੈਸਟ ਤੇ ਕਿੰਨੀਆਂ ਮੌਤਾਂ ਹੁੰਦੀਆਂ, ਲੋਕ ਉਹਦੇ ਰਸਤਿਆਂ ਦੇ ਵਿੱਚ ਉਹਨਾਂ ਡੈੱਡ ਬੋਡੀਆਂ ਆ। ਉਹ ਕਾਰਨ ਕੀ ਆ ਕਿ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਪਹਾੜ ਨਾਲ, ਉਸ ਫੀਲਡ ਦੇ ਨਾਲ, ਉਹ ਉਸ ਨੂੰ ਜੱਫੇ ਪਾਉਣ ਚੱਲ ਜਾਂਦੇ ਆ। ਤੇ ਉਹ ਗਿਆਨ ਦੀ ਕਮੀ ਕਾਰਨ, ਕਿਉਂਕਿ ਹੁਣ ਇਹਦੀਆਂ ਟ੍ਰੇਨਿੰਗਾਂ ਹੁੰਦੀਆਂ ਪ੍ਰੋਪਰ, ਕਈ ਲੋਕੀ ਤਾਂ ਟ੍ਰੇਨਿੰਗ ਦੇ ਵਿੱਚ ਹੀ ਆਪਣਾ ਦਮ ਤੋੜ ਦਿੰਦੇ ਆ। ਹੁਣ ਸਿਰਫ ਪੈਸੇ ਦੇ ਦਮ ਤੇ ਤੁਸੀਂ ਕੋਚ ਹਾਇਰ ਕਰਕੇ ਲੈ ਕੇ ਜਾਂਦੇ ਹੋ, ਤੁਹਾਨੂੰ ਕਿੰਨਾ ਕੁ ਕਰ ਸਕਦਾ ਹੈ ਨਾ। ਤੇ ਉਹ ਅੱਧਾ ਅਧੂਰਾ ਗਿਆਨ ਲੈ ਕੇ ਚੱਲੂਗੇ, ਹਾਰ ਨਿਸ਼ਚਿਤ ਆ। ਬਿਲਕੁਲ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਪਹਾੜਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ, ਕੋਈ ਇਦਾਂ ਦਾ ਇਨਸੀਡੈਂਟ ਕੋਈ ਆਇਆ ਸਾਹਮਣੇ ਕਿ ਤੁਸੀਂ ਕੋਈ ਕਿਸੇ ਚੋਟੀ ਨੂੰ ਸਰ ਕਰਦੇ ਹੋਵੋ ਕਿ ਇਦਾਂ ਦਾ ਖਤਰਨਾਕ ਦ੍ਰਿਸ਼ ਤੁਹਾਡੇ ਸਾਹਮਣੇ ਆਇਆ ਹੋਵੇ, ਡਰ ਲੱਗਾ ਹੋਵੇ, ਖੌਫ ਲੱਗਾ ਹੋਵੇ? ਜੀ ਜਦੋਂ ਰਾਥੋਂਗ ਗਲੇਸ਼ੀਅਰ ਨੂੰ ਫਤਿਹ ਕਰਨ ਲਈ ਜਾ ਰਹੇ ਸੀ ਤੇ ਸਾਡੀ ਹਾਈ ਐਲਟੀਟਿਊਡ ਤੇ ਕਲਾਸ ਲੱਗੀ ਸੀ ਤੇ ਐਵਰੈਸਟਰ ਸੀ ਜਿਹੜੇ ਕਲਾਸ ਲੈ ਰਹੇ ਸੀ, ਇੰਸਟ੍ਰਕਟਰ ਵੀ ਸੀ। ਤੇ ਉਹਨਾਂ ਨੇ ਦੱਸਿਆ ਸੀ ਕਿ ਵੀ ਸ਼ਾਇਦ ਕਿਸੇ ਇੰਸਟੀਚਿਊਟ ਦਾ ਨਾਮ ਲਿਆ ਸੀ ਉਹਨਾਂ ਨੇ ਕਿ ਵੀ ਉੱਥੇ ਇੱਕ ਮਾਊਂਟੇਨੀਅਰ ਦੀ ਟ੍ਰੇਨਿੰਗ ਦੇ ਦੌਰਾਨ ਹੀ ਡੈਥ ਹੋ ਗਈ ਆ। ਕਿਉਂਕਿ ਅਸੀਂ ਲੋਕ ਜ਼ਿਆਦਾ ਜਜ਼ਬਾਤੀ ਹੋ ਜਾਂਦੇ, ਸਾਨੂੰ ਮੌਕਾ ਬੜੀ ਮੁਸ਼ਕਲ ਦੇ ਨਾਲ ਮਿਲਦਾ ਆ। ਤੇ ਹੁਣ ਜੇ ਮੰਜ਼ਿਲ ਬਿਲਕੁਲ ਸਾਹਮਣੇ ਹੋਵੇ ਤਾਂ ਵਾਪਸ ਨਹੀਂ ਮੁੜਿਆ ਜਾ ਸਕਦਾ। ਸੋ ਇਸ ਲਈ ਇਹ ਸਿਖਾਇਆ ਜਾਂਦਾ ਪਹਿਲੇ ਦਿਨ ਤੋਂ ਹੀ ਕਿ ਜੇ ਕੋਈ ਦਿੱਕਤ ਹੋ ਜਾਵੇ ਤਾਂ ਉਸੇ ਟਾਈਮ ਹੀ ਆਪਣੇ ਇੰਸਟ੍ਰਕਟਰ ਨੂੰ ਦੱਸਣਾ ਆ, ਕਿਉਂਕਿ ਜਦੋਂ ਅਸੀਂ ਮਤਲਬ ਕੁਦਰਤ ਨੂੰ ਚੈਲੰਜ ਨਹੀਂ ਕਰ ਸਕਦੇ। ਤੇ ਉਹ ਲੜਕੇ ਨੂੰ ਕੋਈ ਪ੍ਰੋਬਲਮ ਹੋਈ ਸੀ ਤੇ ਉਹਨੇ ਆਪਣਾ ਫੇਸ ਪੂਰਾ ਹੀ ਕਵਰ ਰੱਖਿਆ ਸੀ। ਕਿਸੇ ਨੂੰ ਇਹ ਲੱਗਾ ਕਿ ਸ਼ਾਇਦ ਉਹਨੇ ਠੰਡ ਕਰਕੇ ਆਪਣਾ ਮੂੰਹ ਕਵਰ ਰੱਖਿਆ, ਪਰ ਉਹਦੀ ਜਾਨ ਤੇ ਬਣ ਗਈ ਸੀ। ਤੇ ਉਸ ਵੇਲੇ ਜਦੋਂ ਇਦਾਂ ਦੀਆਂ ਪਰਿਸਥਿਤੀਆਂ ਬਣ ਜਾਂਦੀਆਂ, ਘਰ ਵੀ ਆਣ ਕੇ ਦੱਸਦੇ ਹੋਵੋਗੇ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਜਾਂ ਇਦਾਂ, ਫਿਰ ਤਾਂ ਘਰ ਦੇ ਹੋਰ ਵੀ ਡਰ ਜਾਂਦੇ ਹੋਣੇ ਆ, ਫਿਰ ਹੋਰ ਕਹਿੰਦੇ ਹੋਣੇ ਪ੍ਰਿਆ ਨਹੀਂ ਅੱਜ ਤੋਂ ਬਾਅਦ ਨਹੀਂ ਹੋਇਆ ਕਦੇ ਇਦਾਂ? ਮੈਂ ਆਪਣੀ ਮਦਰ ਨੂੰ ਇਹ ਚੀਜ਼ਾਂ ਦੱਸਦੀ ਆ, ਮੈਂ ਉਹਨੂੰ ਹੋਰ ਡਰਾਉਣ ਦੀ ਕੋਸ਼ਿਸ਼ ਕਰਦੀ ਕਿ ਉਹਦਾ ਡਰ ਹੀ ਖਤਮ ਹੋ ਜਾਵੇ। ਅੱਜ ਉਹ ਮੈਨੂੰ ਹੁਣ ਜਦੋਂ ਮੈਂ ਉਡਾਨਾਂ ਭਰੀਆਂ ਸੀ, 3 ਉਡਾਨਾਂ ਭਰੀਆਂ ਸੀ 8500 ਫੁੱਟ ਦੀ ਉਚਾਈ ਤੇ, ਤੇ ਹੁਣ ਉਹ ਖੁਦ ਮੈਨੂੰ ਕਹਿੰਦੇ ਆ ਕਿ ਹੁਣ ਅਗਲਾ ਪਹਾੜ ਤੂੰ ਕਿਹੜਾ ਕਰਨਾ, ਜਾਇਆ ਪਹਾੜ ਤੇ ਜਾਇਆ। ਹੁਣ ਉਹਨਾਂ ਨੂੰ ਜਰੀ ਵੀ ਡਰ ਨਹੀਂ ਲੱਗਦਾ। ਮਤਲਬ ਮੈਂ ਇੱਕ ਹੈਗਾ ਸਿਰਫਿਰਾ ਮਾਊਂਟੇਨੀਅਰ। ਮੈਨੂੰ ਅਮਰੀਕਾ ਦੇ ਜਿਹੜੇ ਮਾਊਂਟੇਨੀਅਰ ਨਾ ਉਹ ਮੈਨੂੰ ਕ੍ਰੇਜ਼ੀ ਵਿਮਨ ਕਹਿੰਦੇ ਆ। ਇੱਕ ਮੈਂ ਆਪਣਾ ਖਿਤਾਬ ਹੀ ਸਮਝਦੀ ਕਿ ਮੇਰੇ ਵਰਗਾ ਨਹੀਂ ਕੋਈ। ਤੇ ਲੋਕ ਮਾਊਂਟੇਨੀਅਰਸ ਇਹ ਕਹਿੰਦੇ ਨੇ ਕਿ ਸਾਨੂੰ ਐਵਾਲਾਂਚ ਦਾ ਸਾਹਮਣਾ ਨਾ ਕਰਨਾ ਪਵੇ, ਪਰ ਮੈਂ ਕਹਿੰਦੀ ਆ ਕਿ ਮੈਨੂੰ ਐਵਾਲਾਂਚ ਦਾ ਸਾਹਮਣਾ ਕਰਨਾ ਪਵੇ। ਮੈਂ ਉਹ ਚੀਜ਼ ਦੇ ਵਿੱਚ ਹੁਣ ਆਪਣੇ ਨੂੰ ਪਾਉਣਾ ਚਾਹੁੰਦੀ ਆ, ਮੈਂ ਹੰਡਾਉਣਾ ਚਾਹੁੰਦੀ ਸੀ ਤੇ ਵੀ ਉਹ ਕੀ ਚੀਜ਼ ਹੁੰਦੀ, ਲੋਕ ਉਹ ਤੋਂ ਡਰਦੇ ਆ, ਮੈਂ ਉਹ ਡਰ ਦੇ ਵਿੱਚ ਜਾਣਾ ਚਾਹੁੰਦੀ ਆ। ਬਿਲਕੁਲ। ਔਰ ਨਾਲੇ ਕਹਿੰਦੇ ਨੇ ਕਿ ਡਰ ਦੇ ਅੱਗੇ ਤਾਂ ਫਿਰ ਜਿੱਤਾਂ ਹੀ ਜਿੱਤਾਂ। ਬਿਲਕੁਲ ਡਰ ਨਾਮ ਦੀ ਕੋਈ ਚੀਜ਼ ਨਹੀਂ। ਇਹ ਪਹਾੜਾਂ ਨੇ, ਇਹ ਕੁਦਰਤ ਨੇ ਮੈਨੂੰ ਇੰਨਾ ਕੁ ਕੁਛ ਦੇ ਦਿੱਤਾ ਆ
ਕਿ ਜਿਹਦੇ ਕਰਕੇ ਅੱਜ ਮੈਂ ਤੁਹਾਡੇ ਤੇ ਸਾਹਮਣੇ ਬੈਠੀ ਹਾਂ। ਬਿਲਕੁਲ। ਔਰ ਕਈ ਕੁੜੀਆਂ ਐਸੀਆਂ ਹੁੰਦੀਆਂ ਜਦੋਂ ਕਿਤੇ ਮੇਲਿਆਂ ਦੇ ਵਿੱਚ ਭੰਗੂੜਾ ਝੁੱਟਣ ਜਾਣ ਨਾ ਉੱਪਰ ਜਦੋਂ ਭੰਗੂੜਾ ਜਾਂਦਾ ਫਿਰ ਉਹ ਤੋਂ ਡਰਦੀਆਂ। ਕਿਤੇ ਇਸੇ ਕਰਕੇ ਕੁੜੀਆਂ ਨੂੰ ਕਿਹਾ ਜਾਂਦਾ ਵੀ ਇਹ ਕੋਮਲ ਹੁੰਦੀਆਂ, ਨਾਜ਼ੁਕ ਹੁੰਦੀਆਂ, ਤੇ ਤੁਹਾਨੂੰ ਉਹ ਪਹਾੜ ਚਾਹੀਦੇ ਆ ਕਿ ਜਿਹੜੇ ਦੁਨੀਆ ਨੂੰ ਡਰਾਉਂਦੇ ਆ। ਹਾਂ ਬਿਲਕੁਲ ਬਿਲਕੁਲ। ਤੇ ਇਹਨਾਂ ਦੇ ਵਾਸਤੇ ਕਿਉਂਕਿ ਤੁਹਾਡਾ ਟੀਚਾ ਜਿਹੜਾ ਬੜਾ ਵੱਡਾ ਆ, ਇਸ ਵੱਡੇ ਟੀਚੇ ਨੂੰ ਪੂਰਾ ਕਰਨ ਦੇ ਲਈ ਕੀ ਕੋਸ਼ਿਸ਼ਾਂ ਚੱਲ ਰਹੀਆਂ? ਮੇਰੀ ਕੋਸ਼ਿਸ਼ਾਂ ਚੱਲ ਰਹੀਆਂ ਕਿ ਵੀ ਮੈਂ ਆਪਣੇ ਸਰੀਰ ਨੂੰ ਇੱਕਦਮ ਹੀ ਪੱਥਰ ਬਣਾ ਲੈਣਾ ਚਾਹੁੰਦੀ। ਬਹੁਤ ਸੱਟਾਂ ਖਾਧੀਆਂ ਮੈਂ ਇਹਦੇ ਤੇ, ਪਹਾੜਾਂ ਦੀਆਂ ਗੁੱਝੀਆਂ ਸੱਟਾਂ ਵੀ ਖਾਧੀਆਂ, ਉਹ ਅੱਜ ਤੱਕ ਚੀਸਾਂ ਪੈਂਦੀਆਂ ਉਹਦੀਆਂ। ਤੇ ਜਦੋਂ ਵੀ ਰਾਤ ਨੂੰ ਸੌਣ ਲੱਗੋ ਜਾਂ ਮੇਰੇ ਕੰਨ 'ਚ ਕੋਈ ਧੁੰਨ ਪੈਂਦੀ ਆ, ਮੈਨੂੰ ਇਹੀ ਲੱਗਦਾ ਕਿ ਮੈਂ ਉੱਥੇ ਹੀ ਆ, ਮੇਰੀ ਉਹੀ ਦੁਨੀਆ ਆ ਜਿੱਦਾਂ ਕਹਿ ਦੋ। ਤੇ ਮੇਰੇ 'ਚ ਹੁਣ ਡਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਇੰਨੇ ਵੱਡੇ ਪਹਾੜਾਂ ਨੂੰ ਮੱਥਾ ਲਾਉਣ ਦਾ, ਉਹਨੂੰ ਨੱਥ ਪਾਉਣ ਦਾ ਮਕਸਦ ਬਸ ਇਹੀ ਆ ਵੀ ਮੈਂ ਭੀੜ ਤੋਂ ਅਲੱਗ ਚਿਹਰਾ ਆਪਣਾ ਬਣਾਉਣਾ ਚਾਹੁੰਦੀ ਆ। ਮੈਂ ਭੀੜ ਦੇ ਨਾਲ ਨਹੀਂ ਚੱਲਣਾ ਚਾਹੁੰਦੀ। ਤੇ ਜਿੱਦਾਂ ਕਹਿ ਦੋ ਕਿ ਸਾਡਾ ਇਤਿਹਾਸ ਹੀ ਬੜਾ ਪੁਰਾਣਾ ਆ ਕਿ ਵੀ ਸਾਨੂੰ ਪਾਣੀ ਦਾ ਗਲਾਸ ਵੀ ਹੱਥ 'ਚ ਫੜਨ ਲੱਗਿਆ ਕਿੰਨਾ ਬਾਬਾ ਸਾਹਿਬ ਅੰਬੇਡਕਰ ਸੰਘਰਸ਼ ਕੀਤਾ। ਸੋ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਹੀ ਹੁਣ ਤੁਸੀਂ ਦੇਖਦੇ ਨੇ ਕਿ ਵਿਮਨ ਬਾਕਸਿੰਗ ਦੇ ਵਿੱਚ ਮਹਿਲਾਵਾਂ ਨੇ ਕਿੰਨੀਆਂ ਮੱਲਾਂ ਮਾਰੀਆਂ। ਸੋ ਹੀਮਾ ਦਾਸ ਸਾਡੀ ਗੋਲਡਨ ਗਰਲ ਆਪਣੇ ਸਮਾਜ ਦੀ ਆ, ਤੇ ਉਹਨੇ 5 ਦਿਨਾਂ 'ਚ 5 ਗੋਲਡ ਮੈਡਲ ਜਿੱਤੇ। ਇੱਕ ਮੂੰਹ ਨਾ ਕਹਿਣ ਆ। ਹੁਣ ਹਰ ਇੱਕ ਗੇਮ ਔਖੀ ਆ, ਪਰ ਬੰਦੇ ਦੀ ਜੇ ਲਗਨ ਹੈ ਤੇ ਫਿਰ ਉਹਦੇ ਲਈ ਸੌਖਾ ਆ। ਬਿਲਕੁਲ ਜੀ, ਜੇਕਰ ਲਗਨ ਹੋਵੇ ਨਾ ਜ਼ਿੰਦਗੀ ਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਬਿਲਕੁਲ। ਕਠਿਨਾਈਆਂ ਜਿਹੜੀਆਂ ਉਹ ਸਿਰਫ ਤੇ ਸਿਰਫ ਇੱਥੇ ਆ ਕਿ ਸਾਨੂੰ ਇੱਥੇ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰਾ ਹੁਨਰ ਇੱਥੇ ਬੈਠਾ ਹੈ, ਪਰ ਇਸ ਹੁਨਰ ਦੀ ਪਛਾਣ ਕਰਨ ਦੇ ਵਾਸਤੇ, ਕਿਉਂਕਿ ਇੱਥੇ ਤਾਂ ਸਾਡੀ ਜਿਹੜੀ ਕੌਮੀ ਖੇਡ ਸਮਝੀ ਜਾਂਦੀ ਹੈ ਹਾਕੀ ਦੇ ਖਿਡਾਰੀਆਂ ਦੇ ਉੱਪਰੋਂ ਵੀ ਸਿਰ ਤੋਂ ਵੀ ਉਹਨਾਂ ਦੇ ਹੱਥ ਚੱਕ ਲਿਆ ਸੀ ਔਰ ਉਸ ਨੂੰ ਸਪਾਂਸਰਸ਼ਿਪ ਨਹੀਂ ਸੀ ਦਿੱਤੀ। ਤਾਂ ਉਸ ਤੋਂ ਬਾਅਦ ਫਿਰ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਪੈਸੇ ਦਿੱਤੇ ਤੇ ਉਹਨਾਂ ਨੂੰ ਅੱਗੇ ਲੈ ਕੇ ਗਏ, ਉਹ ਮੈਡਲ ਲੈ ਕੇ ਆਏ। ਤੇ ਜੇਕਰ ਇੱਦਾਂ ਦੇ ਬੱਚੇ ਸਾਡੇ ਮੁਲਕ ਦੇ ਵਿੱਚ ਹੈਗੇ, ਕੁਝ ਕਰਨਾ ਚਾਹੁੰਦੇ ਆ, ਕੁਝ ਅੱਗੇ ਵਧਣਾ ਚਾਹੁੰਦੇ ਆ, ਇਹ ਚੋਟੀਆਂ ਤਾਂ ਹੀ ਸਰ ਹੋ ਸਕਦੀਆਂ ਜੇਕਰ ਖੇਡ ਵਿਭਾਗ, ਜੇਕਰ ਸਾਡੀਆਂ ਸਰਕਾਰਾਂ ਜਿਹੜੀਆਂ ਥੋੜ੍ਹਾ ਜਿਹਾ ਕੁਝ ਸੋਚਣ। ਦੇਖੋ, ਜੇਕਰ ਅਸੀਂ ਗੱਲਾਂ ਕਰਦੇ ਹਾਂ ਕੱਲੀਆਂ ਸਰਕਾਰਾਂ ਜਾਂ ਹੋਰ ਸਭਾ ਸੁਸਾਇਟੀਆਂ ਜਾਂ ਹੋਰ ਵੀ ਆਲੇ ਦੁਆਲੇ ਜਿੰਨੇ ਵੀ ਸਮਾਜ ਸੇਵੀ ਹੈਗੇ ਆ, NRI ਵੀ ਬਹੁਤ ਸਾਰੇ ਹੈਗੇ ਆ, ਖੇਡਾਂ ਦੇ ਵਿੱਚ ਅਸੀਂ ਪਛੜ ਤਾਂ ਹੀ ਰਹੇ ਹਾਂ ਕਿਉਂਕਿ ਸਾਡੀਆਂ ਖੇਡਾਂ ਦੇ ਪ੍ਰਤੀ ਸਰਕਾਰ ਦਾ ਬਹੁਤਾ ਧਿਆਨ ਨਹੀਂ, ਲੋਕਾਂ ਦਾ ਵੀ ਹੈ ਨਹੀਂ ਜੀ। ਲੋਕਾਂ ਨੂੰ, ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇੱਕ ਖਿਡਾਰੀ ਹੈ ਨਾ, ਉਹ ਪੂਰੇ ਦੇਸ਼ ਨੂੰ ਰੀਪ੍ਰੈਜ਼ੈਂਟ ਕਰਦਾ, ਪੂਰੇ ਦੇਸ਼ ਦੀ ਨਜ਼ਰ ਉਹਦੇ ਤੇ ਹੁੰਦੀ ਹੈ ਜੀ। ਸੋ ਮੈਂ ਇਹ ਕਹੂੰਗੀ ਕਿ ਜੇ ਦੇਸ਼ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਆ, ਬਹੁਤ ਉਚਾਈ ਤੇ ਲਿਜਾਣਾ ਚਾਹੁੰਦੇ, ਤਾਂ ਖੇਡਾਂ 'ਚ ਖਿਡਾਰੀਆਂ ਨੂੰ ਸਹਿਯੋਗ ਕਰਨਾ ਹੀ ਪਵੇਗਾ। ਮੈਂ ਸਮਝਦੀ ਕਿ ਇਹ ਖੇਡ ਮਿਨਿਸਟਰ ਕਿਹੋ ਜਿਹਾ ਆ ਵੀ ਮੈਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਖਬਰਾਂ ਦੇਖਦੀ ਕਿ ਇੰਨੇ ਗੁਣੀ ਖਿਡਾਰੀ ਮੈਡਲ ਪਾ ਕੇ ਚਾਹਾਂ ਦੀਆਂ ਦੁਕਾਨਾਂ ਤੇ ਕੰਮ ਕਰਦੇ ਆ ਜੀ। ਕੁਕੂਰਾਮ ਬੋਡੀ ਬਿਲਡਰ ਥਾਈਲੈਂਡ 'ਚ ਗੋਲਡ ਮੈਡਲ ਜਿੱਤ ਕੇ ਲਿਆਇਆ, 53 ਸਾਲ ਦੀ ਉਮਰ ਆ। ਕੀ ਕੰਮ ਕਰਦੇ ਆ? ਸਫਾਈ ਕਰਮਚਾਰੀ ਕੋਰਟ ਦੇ ਵਿੱਚ ਆ, ਬਾਥਰੂਮ ਸਾਫ਼ ਕਰਦੇ ਆ। ਕਿੱਡੀ ਵੱਡੀ ਗੱਲ ਆ ਕਿ ਉਸ ਇਨਸਾਨ ਦਾ ਸਰੀਰ ਦੇਖਣਾ ਚਾਹੀਦਾ। ਗੋਲਡ ਮੈਡਲਿਸਟ ਮੂੰਹ ਨਾ ਕਹਿਣਾ ਬੋਡੀ ਬਿਲਡਿੰਗ ਦੇ ਵਿੱਚ ਬਿਲਕੁਲ ਕੋਈ ਧਿਆਨ ਹੀ ਨਹੀਂ। ਪਰ ਮੈਂ ਇਹੀ ਕਹਿੰਦੀ ਕਿ ਜੇ ਇਹੋ ਜਿਹੇ ਖਿਡਾਰੀ ਕਿਤੇ ਬਾਹਰਲੇ ਦੇਸ਼ ਦੇ ਵਿੱਚ ਹੋਣ ਜੀ ਤੇ ਪ੍ਰੋਪਰ ਉਸ ਨੂੰ ਸਾਰਾ ਕੁਝ ਦਿੱਤਾ ਜਾਂਦਾ ਆ ਜੀ। ਔਰ ਜੇਕਰ ਅਸੀਂ ਜਾਣਨਾ ਚਾਹੀਏ ਕਿਉਂਕਿ ਹੁਣ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਤੁਹਾਡੇ ਤੋਂ ਪ੍ਰੇਰਿਤ ਵੀ ਹੋਣਗੀਆਂ, ਉਹ ਦੇਖਣਗੀਆਂ ਵੀ ਅਸੀਂ ਵੀ ਇਸੇ ਤਰ੍ਹਾਂ ਹੀ ਪ੍ਰਿਆ ਵਾਂਗੂ ਸਟਰੋਂਗ ਬਣਨਾ ਹੈ। ਇਸ ਕੰਮ ਦੇ ਨਾਲ ਨਾਲ ਖੁਰਾਕ ਵੀ ਜ਼ਰੂਰੀ ਹੈ, ਆਪਣੀ ਸਾਧਨਾ ਵੀ ਜ਼ਰੂਰੀ ਹੈ। ਇਹ ਖੁਰਾਕ, ਇਹ ਸਟੈਮਨਾ ਬਣਾਉਣਾ, ਇਹ ਆਪਣੇ ਸਰੀਰ ਨੂੰ ਪੱਥਰ ਬਣਾਉਣਾ ਜਿਹੜਾ ਤੁਸੀਂ ਕਹਿੰਦੇ ਹੋ, ਇਹਦੇ ਵਾਸਤੇ ਕਿੰਨੀ ਕੁ ਘਾਲਣੀ ਪੈਂਦੀ ਆ? ਮੈਂ ਕਹੂੰਗੀ ਕਿ ਅਭਿਆਸ ਕਰਨਾ ਹਲੇ ਮੈਨੂੰ ਸਹੀ ਆ, ਪਰ ਜਿਹੜੀ ਖੁਰਾਕ ਖਾਣੀ ਆ ਉਹ ਥੋੜੀ ਔਖੀ ਲੱਗਦੀ। ਕਿਉਂ? ਕਿਉਂਕਿ ਉਹ ਕਈ ਤਰੀਕਿਆਂ ਦੀ ਹੁੰਦੀ ਹੈ। ਜਿੱਦਾਂ ਕਹਿੰਦੇ ਡਰਾਈ ਫਰੂਟਸ ਹੋ ਗਿਆ, ਨੌਨ ਵੈਜ ਹੋ ਗਿਆ, ਹਰ ਤਰ੍ਹਾਂ ਦਾ। ਜਿੱਦਾਂ ਅਸੀਂ ਹੁਣ ਆਮ ਲੋਕ ਕਹਿ ਦੋ ਹਲਕਾ ਚਿਕਨ ਖਾ ਲੈਂਦੇ ਆ, ਪਰ ਜਦੋਂ ਅਸੀਂ ਪਹਾੜ ਤੇ ਹੁੰਦੇ ਆ ਤਾਂ ਫਿਰ ਸਾਨੂੰ ਉਸ ਹਿਸਾਬ ਦਾ ਦਿੱਤਾ ਜਾਂਦਾ। ਉਹ ਉੱਥੇ ਦੀਆਂ ਹੀ ਸਬਜ਼ੀਆਂ ਹੁੰਦੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ, ਕਈ ਤਰੀਕਿਆਂ ਦਾ। ਮਤਲਬ ਕਿ ਅਸੀਂ ਇੰਨੇ ਕੁ ਥੱਕ ਜਾਂਦੇ ਪਹਾੜ ਕਰਨ ਤੋਂ ਬਾਅਦ ਕਿ ਸਾਡੇ ਕੋਲ ਖੜੇ ਹੋਣ ਲਈ ਦਿਲ ਨਹੀਂ ਕਰਦਾ। ਵੀ ਇਹ ਹੁੰਦਾ ਵੀ ਬਸ ਪੈ ਜਾਈਏ, ਵੀ ਸਾਨੂੰ ਕੋਈ ਡਿਸਟਰਬ ਨਾ ਕਰੇ। ਪਰ ਜਦੋਂ ਕੋਚ ਨੇ ਠਾਲ ਕੇ ਪੁੱਛਣਾ ਕੀ ਖਾਧਾ, ਤੁਸੀਂ ਰੋਟੀ ਖਾਧੀ ਕਿ ਨਹੀਂ, ਤੇ ਉਹਨਾਂ ਨੇ ਜ਼ਬਰਦਸਤੀ ਖਿਲਾਉਣਾ,
ਤੇ ਉਹ ਇੱਕ ਮਤਲਬ ਗੱਲ ਅਸੀਂ ਸਮਝਦੇ ਨਾ ਕਿ ਵੀ ਜੀ ਅੱਛਾ 3 ਘੰਟੇ ਪਹਾੜ ਚੜ੍ਹਨ ਨੂੰ ਤਾਂ ਲੱਗ ਗਏ, ਪਹਾੜ ਚੜ੍ਹ ਲਿਆ, ਸਰ ਕਰ ਲਿਆ 3 ਘੰਟੇ, ਮੁੜ ਕੇ ਆਣ ਕੇ ਰੈਸਟ ਕਿੰਨੇ ਘੰਟੇ ਚੱਲਦੀ ਆ? ਰੈਸਟ ਨਹੀਂ ਚੱਲਦੀ। ਨਹੀਂ ਚੱਲਦੀ। ਨਹੀਂ, ਇੱਕ ਖਿਡਾਰੀ 3 ਜਾਂ 4 ਘੰਟੇ ਬਾਅਦ ਤੋਂ ਬਾਅਦ ਪ੍ਰੈਕਟਿਸ ਕਰ ਲੈਂਦਾ ਹੋਊਗਾ, ਪਰ ਜਿਹੜਾ ਮਾਊਂਟੇਨੀਅਰ ਆ ਉਹ ਲਗਾਤਾਰ ਹੀ 16-17 ਘੰਟੇ ਪ੍ਰੈਕਟਿਸ ਕਰੂਗਾ, ਕਿਉਂਕਿ ਜਿੱਦਾਂ ਹੀ ਸਵੇਰ ਨੂੰ ਉੱਠ ਜਾਂਦੇ ਆ ਪਹਾੜਾਂ ਤੇ ਦੜਾਇਆ ਜਾਂਦਾ ਆ, ਪਹਾੜ ਤੇ ਦੜਾਉਣ ਤੋਂ ਬਾਅਦ ਫਿਰ ਸਾਨੂੰ ਅੱਧਾ ਕੁ ਘੰਟਾ ਮਿਲਦਾ ਮਸੀਂ ਕਿ ਤੁਸੀਂ ਆਪਣੀ ਚਾਹ ਪਾਣੀ ਪੀ ਲਓ। ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਆਪਣੇ ਰੱਸੇ ਚੱਕ ਕੇ, ਹੈਲਮਟ ਹਾਰਨੈਸ ਚੱਕ ਕੇ ਤੇ ਆ ਜਾਓ ਅਖਾੜੇ ਦੇ ਵਿੱਚ, ਤੇ ਫਿਰ ਉੱਥੇ ਮਤਲਬ ਰੋਕ ਕਲਾਈਮਿੰਗ ਆ ਜਾਂ ਆਈਸ ਕਲਾਈਮਿੰਗ ਆ ਉਹ ਚੜਾਈ ਜਾਂਦੀ ਆ, ਵੱਖ-ਵੱਖ ਤਕਨੀਕਾਂ ਸਿਖਾਈਆਂ ਜਾਂਦੀਆਂ, ਰੱਸੇ ਕਿੱਦਾਂ ਬੰਨਣੇ ਸਿਖਾਏ ਜਾਂਦੇ ਆ। ਫਿਰ ਉਸ ਤੋਂ ਬਾਅਦ ਲੰਚ ਟਾਈਮ ਹੋ ਜਾਂਦਾ, ਲੰਚ ਟਾਈਮ ਤੋਂ ਬਾਅਦ ਕਲਾਸਿਸ ਲੱਗਦੀਆਂ ਆ, ਪੜ੍ਹਾਇਆ ਜਾਂਦਾ ਆ, ਹਰ ਇੱਕ ਇਕਵਿਪਮੈਂਟ ਬਾਰੇ ਦੱਸਿਆ ਜਾਂਦਾ, ਜਾਂ ਤੁਸੀਂ ਮੁਸੀਬਤ 'ਚ ਫਸ ਗਏ, ਕਿਹੜਾ ਯੰਤਰ ਕਿੱਦਾਂ ਯੂਜ਼ ਕਰਨਾ ਉਹ ਸਾਰਾ ਸਿਖਾਇਆ ਜਾਂਦਾ। ਫਿਰ ਇਸੇ ਹੀ ਤਰ੍ਹਾਂ ਮਤਲਬ ਫਿਰ ਜਦੋਂ ਸ਼ਾਮ ਹੋ ਜਾਂਦੀ, ਸ਼ਾਮ ਨੂੰ ਫਿਰ ਵੱਖਰੇ ਸਪੀਕਰ ਆਉਂਦੇ, ਜਿੱਦਾਂ ਕਹਿ ਦਿਓ ਕਿਸੇ ਨੇ ਐਵਰੈਸਟ ਕੀਤਾ, ਕਿਸੇ ਨੇ ਕੋਈ ਪਹਾੜ ਕੀਤਾ, ਉਹ ਫਿਰ ਉਹਨਾਂ ਦੀਆਂ ਕਲਾਸਿਸ ਲੱਗਦੀਆਂ, ਜਾਨੀ ਲਗਾਤਾਰ ਰੈਗੂਲਰ ਇਹੀ ਚੀਜ਼ ਚੱਲਦੀ ਹੈ, ਕੋਈ ਰੈਸਟ ਸਿਰਫ ਰਾਤ ਨੂੰ ਹੁੰਦੀ ਆ ਜੀ। ਔਰ ਜਿਹੜੇ ਲੋਕ ਲਗਨ ਵਾਲੇ ਹੁੰਦੇ ਨੇ ਉਹ ਤੇ ਰਾਤ ਨੂੰ ਵੀ ਸੌਂਦੇ ਨਹੀਂ, ਕਿਉਂਕਿ ਉਹ ਗੱਲ ਸੱਚੀ ਹੈ ਕਿ ਤੇਰੀ ਕਿਵੇਂ ਅੱਖ ਲੱਗ ਗਈ। ਜਿਹੜੇ ਲੱਗੀ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕ ਲਗਨ ਲੱਗੀ ਹੁੰਦੀ, ਇੱਕ ਅੱਗ ਲੱਗੀ ਹੁੰਦੀ ਹੈ ਕਿ ਹਾਂ ਇਹਨਾਂ ਚੋਟੀਆਂ ਦੇ ਸਿਰ ਦੇ ਉੱਪਰ ਕਦਮ ਰੱਖਣਾ ਹੈ ਔਰ ਉਹ ਕਦਮ ਜਿੱਤ ਦਾ ਹੋਣਾ ਚਾਹੀਦਾ ਹੈ, ਉਹ ਫਿਰ ਕਦੇ ਵੀ ਸੌਂਦੇ ਨਹੀਂ, ਆਰਾਮ ਨਹੀਂ ਕਰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਔਰ ਹਮੇਸ਼ਾ ਚੱਲਦੇ ਰਹਿੰਦੇ। ਪ੍ਰਿਆ, ਅੱਜ ਤੁਹਾਡੇ ਨਾਲ ਭਾਵੇਂ ਥੋੜਾ ਸਮਾਂ ਅਸੀਂ ਗੱਲਬਾਤ ਕੀਤੀ, ਪਰ ਇੱਕ ਸਟਰੋਂਗ ਕੁੜੀ ਦੇ ਨਾਲ ਮੈਂ ਅਕਸਰ ਇਹ ਕਿਹਾ ਕਰਦਾ ਵੀ ਕੁੜੀਆਂ ਜੇਕਰ ਹੋਣ ਤਾਂ ਐਸੀਆਂ ਕਿ ਜਿਹੜੀਆਂ ਸੱਚਮੁੱਚ ਸਟਰੋਂਗ ਹੋਣ, ਉਹਨਾਂ ਨੂੰ ਕੋਈ ਅਬਲਾ ਨਾ ਕਵੇ, ਉਹਨਾਂ ਨੂੰ ਕੋਈ ਨਾਜ਼ੁਕ ਨਾ ਕਵੇ, ਉਹਨਾਂ ਨੂੰ ਕੋਈ ਇਹ ਨਾ ਕਵੇ ਕਿ ਇਹ ਵਿਚਾਰੀ ਹੈ, ਕਿਉਂਕਿ ਜਿਹੜੀਆਂ ਚੋਟੀਆਂ ਸਰ ਕਰ ਸਕਦੀਆਂ ਉਹ ਵਿਚਾਰੀਆਂ ਨਹੀਂ ਹੁੰਦੀਆਂ। ਸੋ ਪ੍ਰਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ ਹੈ, ਸਮਾਂ ਦਿੱਤਾ ਹੈ। ਸਾਡੇ ਵੱਲੋਂ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਔਰ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਜ਼ਰੂਰ ਕਿ ਜਿਹੜੇ ਲੋਕ ਸਮਰੱਥ ਨੇ ਉਹ ਇਹੋ ਜਿਹੇ ਆਪਣੇ ਆਲੇ ਦੁਆਲੇ ਖਿਡਾਰੀ ਖਿਡਾਰਨਾ ਜ਼ਰੂਰ ਦੇਖਿਆ ਕਰਨ। ਜੇਕਰ ਉਹਨਾਂ ਨੂੰ ਲੋੜ ਆ ਤਾਂ ਉਹਨਾਂ ਦੀ ਬਾਂਹ ਵੀ ਜ਼ਰੂਰ ਫੜਨ, ਕਿਉਂਕਿ ਅਸੀਂ ਜੇਕਰ ਖਿਡਾਰੀ ਪੈਦਾ ਕਰਾਂਗੇ, ਬੂਟੇ ਲਾਵਾਂਗੇ ਤਾਂ ਉਹਨਾਂ ਦੀ ਛਾਂ ਮਾਣਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਰਹਿਣ ਦੇ ਲਈ।